ਮਹਾਂ ਕਾਰਟੂਨ ਟੀਵੀ। ਰਿਕਸ਼ੇ ਵਾਲੀ ਚੁੜੇਲ। ਕਿਸੇ ਪਿੰਡ ਵਿੱਚ ਬਹੁਤ ਡਰਾਵਨੀ ਅਤੇ ਖੌਫਨਾਕ ਚੁੜੇਲ ਰਹਿੰਦੀ ਸੀ। ਪਿੰਡ ਵਾਲਿਆਂ ਨੇ ਹੁਣੇ ਤੱਕ ਉਹਦਾ ਅਸਲੀ ਚਿਹਰਾ ਨਹੀਂ ਵੇਖਿਆ ਸੀ, ਕਿਉਂਕਿ ਇਹ ਚੁੜੇਲ ਆਪਣਾ ਭੇਸ ਬਦਲ ਕੇ ਲੋਕਾਂ ਨੂੰ ਆਪਣੇ ਕਬਜ਼ੇ 'ਚ ਕਰਕੇ ਉਹਨਾਂ ਦਾ ਲਹੂ ਪੀ ਕੇ ਉਹਨਾਂ ਨੂੰ ਮਾਰਨ 'ਚ ਬਹੁਤ ਮਾਹਿਰ ਸੀ। ਐਸੇ ਕਰਕੇ ਉਹ ਰਾਤੀ ਕਿਤੇ ਆਂਦੇ ਜਾਂਦੇ ਵੀ ਨਹੀਂ ਸੀ। ਪਰ ਇੱਕ ਦਿਨ ਅਚਾਨਕ ਪਿੰਡ ਦੇ ਵਾਸੀ ਰਾਜੂ ਨੂੰ ਸ਼ਹਿਰ ਤੋਂ ਵਾਪਸ ਆਉਣ 'ਚ ਦੇਰੀ ਹੋ ਗਈ। ਰਾਮ ਰਾਮ ਰਾਮ, ਹਾਇਓ ਰੱਬਾ, ਮੈਨੂੰ ਉਸ ਖਤਰਨਾਕ ਚੁੜੈਲ ਤੋਂ ਬਚਾਈ। ਰਾਜੂ ਨੂੰ ਡਰ ਸੀ ਕਿ ਜੇ ਉਹ ਚੁੜੇਲ ਉੱਥੇ ਆ ਗਈ ਤੇ ਸ਼ਾਇਦ ਉਹ ਦਿਨ ਉਹਦਾ ਆਖਰੀ ਦਿਨ ਹੋਊਗਾ। ਡਰ ਨਾਲ ਕੰਬਦਾ ਹੋਇਆ ਰਾਜੂ ਉਹ ਸੁਨਸਾਨ ਰਾਹ ਤੇ ਤੁਰਨ ਲੱਗਾ ਤੇ ਉਦੋਂ ਹੀ हाँ भाई, किथे जा रहा है? ਆਵਾਜ਼ ਸੁਣ ਕੇ ਰਾਜੂ ਬਹੁਤ ਡਰ ਗਿਆ। ਉਹ ਇਸ ਗੱਲ ਤੋਂ ਬਹੁਤ ਹੈਰਾਨ ਸੀ ਕਿ ਜਦੋਂ ਰਾਤ ਪੈਣ ਤੋਂ ਬਾਅਦ ਪਿੰਡ 'ਚ ਕੋਈ ਬਾਹਰ ਨਿਕਲਦਾ ਹੀ ਨਹੀਂ ਤੇ ਇਹ ਰਿਕਸ਼ੇ ਵਾਲਾ ਇੱਥੇ ਕਿਵੇਂ? ਰਾਜੂ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਹੋਰ ਨਹੀਂ ਬਲਕਿ ਉਹੀ ਚੁੜੇਲ ਹੈ। हाँ भाई, तैनू किथे तक जाना है? मैं पिंड वाले ही जा रहा हाँ। जे जाना है तां दस दे। ਹਾਏ ਰੱਬਾ, ਰਾਮ 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 ਰਾਮ, ਓ ਰੱਬਾ ਮੈਨੂੰ ਬਚਾ ਲੈ। ओ भाई, डरन दी कोई गल नहीं है। मैं जानदा हाँ कि तुसी उस चुड़ैल तो बहुत डरे हुए हो। मैं वो चुड़ैल नहीं हाँ। तुसी आ जाओ, मैं तुहानू अगे तक छड़ दिना हाँ। ਰਾਮ 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 ਰਾਮ, ਜਲਦੀ ਭੱਜੋ ਨਹੀਂ ਤਾਂ ਮੇਰਾ ਅੱਜ ਆਖਰੀ ਦਿਨ ਹੋਊਗਾ। ओ भाई, ना डरे, इंसानियत करके मैं तेरी मदद कर रहा हाँ। आजा, ना डर। ਰਿਕਸ਼ੇ ਵਾਲੇ ਦੇ ਕਈ ਵਾਰ ਕਹਿਣ ਤੇ ਵੀ ਰਾਜੂ ਉਹਦੇ ਨਾਲ ਨਹੀਂ ਗਿਆ ਤੇ ਉਹ ਰਿਕਸ਼ੇ ਵਾਲਾ ਕੱਲਾ ਹੀ ਉੱਥੋਂ ਚਲਾ ਗਿਆ। ਬਾਰ-ਬਾਰ ਬਚਿਆ, ਆਖਰ ਰੱਬ ਨੇ ਮੈਨੂੰ ਬਚਾ ਹੀ ਲਿਆ। ਚੱਲ ਹੁਣ ਜਲਦੀ ਘਰੇ ਚਲਾ ਜਾਂਦਾ ਹਾਂ। ਰਾਜੂ ਤੇਜ਼ ਆਪਣੇ ਘਰ ਵੱਲ ਭੱਜਣ ਲੱਗਾ ਕਿ ਉਦੋਂ ਹੀ ਉਹਨੂੰ ਫਿਰ ਤੋਂ ਇੱਕ ਜਨਾਨੀ ਦੀ ਆਵਾਜ਼ ਸੁਣਾਈ ਦਿੱਤੀ। ਓ ਭਾਈ, ਤੈਨੂੰ ਕਿੱਥੇ ਤੱਕ ਜਾਣਾ ਹੈ? ਇੱਕ ਜਨਾਨੀ ਨੂੰ ਰਿਕਸ਼ਾ ਚਲਾਉਂਦਾ ਹੋਇਆ ਵੇਖ ਰਾਜੂ ਨੇ ਉਹਨੂੰ ਪੁੱਛਿਆ। ਤੁਸੀਂ ਇੱਕ ਔਰਤ ਹੋ ਕੇ ਰਿਕਸ਼ਾ ਚਲਾਉਂਦੇ ਪਏ ਹੋ? ਦਰਅਸਲ ਮੇਰਾ ਘਰ ਵਾਲਾ ਨਹੀਂ ਹੈ ਤੇ ਘਰ ਚਲਾਉਣ ਦੇ ਲਈ ਮੈਨੂੰ ਹੀ ਕੰਮ ਕਰਨਾ ਪੈਂਦਾ ਹੈ। ਇਹ ਗੱਲ ਸੁਣ ਕੇ ਰਾਜੂ ਨੇ ਉਸ ਜਨਾਨੀ ਨਾਲ ਚੱਲਣ ਦੇ ਲਈ ਹਾਂ ਕਹਿ ਦਿੱਤੀ। ਪਰ ਉਹ ਇਹ ਗੱਲ ਭੁੱਲ ਗਿਆ ਸੀ ਕਿ ਉਹ ਜਨਾਨੀ ਚੁੜੇਲ ਵੀ ਹੋ ਸਕਦੀ ਹੈ। ਕਾਫੀ ਦੇਰ ਤੱਕ ਦੋਨੋਂ ਗੱਲਾਂ ਕਰਦੇ ਰਹੇ ਕਿ ਫਿਰ ਉਸ ਜਨਾਨੀ ਨੇ ਪਿੰਡ ਦੇ ਰਾਹ ਤੇ ਨਾ ਜਾ ਕੇ ਰਿਕਸ਼ੇ ਨੂੰ ਜੰਗਲ ਦੇ ਰਾਹ ਤੇ ਪਾ ਲਿਆ। ਇਹ ਦੇਖ ਕੇ ਰਾਜੂ ਦੇ ਹੱਥ ਪੈਰ ਠੰਡੇ ਪੈ ਗਏ। ਉਹ ਹੁਣ ਸਮਝ ਗਿਆ ਸੀ ਕਿ ਇਹ ਕੋਈ ਇਨਸਾਨ ਨਹੀਂ ਬਲਕਿ ਇੱਕ ਚੁੜੇਲ ਹੈ। ਦੇਖੋ, ਮੈਂ ਸਮਝ ਗਿਆ ਹਾਂ ਕਿ ਤੂੰ ਇੱਕ ਚੁੜੈਲ ਹੈ। ਮੈਨੂੰ ਜਾਣ ਦੇ, ਮੇਰੀ ਮਾਂ ਘਰੇ ਮੇਰੀ ਉਡੀਕ ਕਰ ਰਹੀ ਹੋਊਗੀ। ਜਦੋਂ ਰਾਜੂ ਚੁੜੇਲ ਤੋਂ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀ ਤੇ ਚੁੜੇਲ ਨੇ ਆਪਣਾ ਅਸਲੀ ਭੇਸ ਲੈ ਲਿਆ। ਚੁੜੇਲ ਬਹੁਤ ਡਰਾਵਣੀ ਸੀ। ਇਹ ਵੇਖ ਕੇ ਰਾਜੂ ਦਾ ਗਲਾ ਸੁੱਕਦਾ ਜਾ ਰਿਹਾ ਸੀ ਤੇ ਉਦੋਂ ਹੀ ਚੁੜੇਲ ਨੇ ਰਿਕਸ਼ਾ ਚਲਾਉਂਦੇ ਆਪਣੀ ਗਰਦਨ ਪਿੱਛੇ ਨੂੰ ਮੋੜ ਲਈ। ਮੈਨੂੰ ਛੱਡ ਦੋ, ਮੈਨੂੰ ਜਾਣ ਦਿਓ। ਮੈਂ ਤੁਹਾਡਾ ਕੀ ਵਿਗਾੜਿਆ ਹੈ? ਮੈਨੂੰ ਜਾਣ ਦਿਓ। ਜੇ ਤੂੰ ਮੇਰੇ ਨਾਲ ਵਿਆਹ ਕਰਵਾ ਲੇਗਾ ਤੇ ਮੈਂ ਤੈਨੂੰ ਜਾਨ ਦੇਵਾਂਗੀ। ਇਹ ਸੁਣ ਕੇ ਰਾਜੂ ਹੈਰਾਨ ਹੋ ਗਿਆ, ਜਿਹਦੇ ਬਾਅਦ ਚੁੜੇਲ ਨੇ ਕਿਹਾ ਜੇ ਰਾਜੂ ਉਹਦੇ ਨਾਲ ਵਿਆਹ ਕਰਵਾ ਲੇਗਾ ਤੇ ਉਹ ਉਹਨੂੰ ਕੁਝ ਨਹੀਂ ਕਹੂਗੀ, ਕਿਉਂਕਿ ਉੱਥੇ ਰਹਿ ਕੇ ਉਹਦਾ ਸ਼ਿਕਾਰ ਕਰਨਾ ਆਸਾਨ ਹੋ ਜਾਂਦਾ। ਇਹ ਸਭ ਜਾਣਨ ਤੋਂ ਬਾਅਦ ਰਾਜੂ ਦੀ ਤਾਂ ਮਨੋਂ ਸਿੱਟੀ ਬਿੱਟੀ ਗੁੱਲ ਹੋ ਗਈ। ਪਰ ਉਹਨੇ ਆਪਣੀ ਜਾਨ ਬਚਾਉਣ ਦੇ ਲਈ ਚੁੜੇਲ ਨਾਲ ਵਿਆਹ ਕਰਵਾਉਣ ਦੇ ਲਈ ਹਾਂ ਕਹਿ ਦਿੱਤੀ। ਚੁੜੇਲ ਪਿੰਡ ਪਹੁੰਚ ਗਈ, ਜਿੱਥੇ ਜਾਂਦੇ ਹੀ ਉਹਨੇ ਇੱਕ ਵੋਟੀ ਦਾ ਰੂਪ ਲੈ ਲਿਆ ਅਤੇ ਰਾਜੂ ਨਾਲ ਉਹਦੇ ਘਰ ਪਹੁੰਚ ਗਈ। ਉਹ ਰਾਤ ਪਿੰਡ ਵਾਲਿਆਂ ਦੀ ਆਖਰੀ ਰਾਤ ਸੀ, ਜਿਹੜੀ ਉੱਥੇ ਸਾਰਿਆਂ ਨੇ ਆਰਾਮ ਨਾਲ ਕੱਟੀ। ਅਗਲੇ ਹੀ ਦਿਨ ਤੋਂ ਉਸ ਚੁੜੇਲ ਨੇ ਰਾਤ ਹੁੰਦੇ ਹੀ ਪਿੰਡ ਵਾਲਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਹਰ ਦਿਨ ਕਿਸੇ ਨਾ ਕਿਸੇ ਨੂੰ ਆਪਣੇ ਪਿੰਡ 'ਚੋਂ ਕੋਈ ਨਾ ਕੋਈ ਮਰਿਆ ਹੋਇਆ ਮਿਲਦਾ ਸੀ।
ਇਹ ਗੱਲ ਤੋਂ ਪਿੰਡ ਵਾਲੇ ਸਾਰੇ ਦੁਖੀ ਹੋ ਗਏ ਅਤੇ ਸਾਰਿਆਂ ਨੇ ਮਿਲ ਕੇ ਆਪਣੇ ਪਿੰਡ 'ਚ ਇੱਕ ਤਾਂਤਰਿਕ ਨੂੰ ਬੁਲਾਇਆ। ਪਿੰਡ ਵਾਸੀਆਂ ਦੀ ਗੱਲ ਸੁਣਨ ਤੋਂ ਬਾਅਦ ਤਾਂਤਰਿਕ ਨੇ ਕਿਹਾ, ਇੱਥੇ ਚੁੜੈਲ ਦਾ ਸਾਇਆ ਏ। ਜਿਹਨੂੰ ਸੁਣ ਕੇ ਪਿੰਡ 'ਚ ਰਹਿਣ ਵਾਲੇ ਹਰੀਸ਼ ਨੇ ਪੁੱਛਿਆ, ਪਰ ਚੁੜੈਲ ਦਾ ਪਿੰਡ ਤੋਂ ਬਾਹਰ ਹੈ, ਫਿਰ ਪਿੰਡ 'ਚ ਕਿਵੇਂ? ਉਹ ਚੁੜੈਲ ਤੁਹਾਡੇ ਸਾਰਿਆਂ ਦੇ ਹੀ ਨੇੜੇ ਤੇੜੇ ਅਤੇ ਤੁਹਾਡੇ ਨਾਲ ਹੀ ਰਹਿੰਦੀ ਏ। ਐ ਸੁਣ ਕੇ ਪਿੰਡ ਵਾਲਿਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਸਾਰਿਆਂ ਨੇ ਮਿਲ ਕੇ ਉਸ ਤਾਂਤਰਿਕ ਨੂੰ ਚੁੜੈਲ ਤੋਂ ਪਿੱਛਾ ਛਡਾਉਣ ਦੇ ਲਈ ਕਿਹਾ। ਮੈਨੂੰ ਅੱਜ ਹੀ ਆਪਣੇ ਮੰਤਰਾਂ ਦਾ ਉਚਾਰਨ ਕਰਕੇ ਉਸ ਚੁੜੈਲ ਦਾ ਪਤਾ ਕਰਨਾ ਪਊਗਾ। ਤਾਂਤਰਿਕ ਉੱਥੇ ਹੀ ਪਿੰਡ ਵਾਲਿਆਂ ਦੇ ਸਾਹਮਣੇ ਆਪਣੇ ਤੰਤਰਾਂ ਮੰਤਰਾਂ ਨਾਲ ਉਸ ਚੁੜੈਲ ਦਾ ਪਤਾ ਲਗਾਉਣ ਲੱਗਾ, ਪਰ ਤਾਂਤਰਿਕ ਨੂੰ ਨਾਕਾਮਯਾਬੀ ਹੀ ਹੱਥ ਲੱਗੀ। ਉਸ ਭੀੜ ਦੇ ਵਿੱਚ ਉਹ ਚੁੜੈਲ ਵੀ ਖਲੋਤੀ ਸੀ, ਜਿਹੜੀ ਤਾਂਤਰਿਕ ਨੂੰ ਮੁਸਕਰਾਉਂਦੇ ਹੋਏ ਵੇਖਦੀ ਪਈ ਸੀ। ਇਹ ਸਭ ਵੇਖ ਕੇ ਰਾਜੂ ਬਹੁਤ ਹੈਰਾਨ ਹੋਇਆ ਕਿ ਤਾਂਤਰਿਕ ਦੀ ਇੰਨੀ ਕੋਸ਼ਿਸ਼ਾਂ ਦੇ ਬਾਅਦ ਵੀ ਇਹ ਚੁੜੈਲ ਆਪਣੇ ਅਸਲੀ ਰੂਪ 'ਚ ਕਿਉਂ ਨਹੀਂ ਆਂਦੀ ਪਈ। ਲੱਗਦਾ ਏ ਉਹ ਚੁੜੈਲ ਬਹੁਤ ਤਾਕਤਵਰ ਏ, ਇਸ ਲਈ ਮੇਰੇ ਮੰਤਰ ਵੀ ਉਹਦੇ ਸਾਹਮਣੇ ਕੁਝ ਨਹੀਂ ਕਰ ਪਾ ਰਹੇ। ਮੈਨੂੰ ਅੱਜ ਹੀ ਜੰਗਲ ਜਾ ਕੇ ਇਹਦਾ ਹੱਲ ਕੱਢਣਾ ਪਊਗਾ। ਇਹ ਕਹਿਣ ਤੋਂ ਬਾਅਦ ਤਾਂਤਰਿਕ ਉੱਥੋਂ ਜਾਣ ਲੱਗਾ ਕਿ ਉਦੋਂ ਹੀ ਆਵਾਜ਼ ਸੁਣ ਕੇ ਤਾਂਤਰਿਕ ਪਿੱਛੇ ਮੁੜਿਆ ਅਤੇ ਇੱਕ ਇਨਸਾਨ ਨੂੰ ਚੁੜੈਲ ਬੰਦਾ ਵੇਖ ਤਾਂਤਰਿਕ ਦੇ ਨਾਲ-ਨਾਲ ਪਿੰਡ ਵਾਲੇ ਵੀ ਡਰ ਗਏ। ਮੈਨੂੰ ਮਾਰਨ ਚੱਲਿਆ ਸੀ ਤੂੰ, ਹੈ ਤਾਂਤਰਿਕ? ਹੁਣ ਦੇਖ ਮੈਂ ਤੇਰਾ ਕੀ ਹਾਲ ਕਰਦੀ ਹਾਂ। ਏਦਾਂ ਕਹਿ ਕੇ ਚੁੜੈਲ ਸਿੱਧਾ ਤਾਂਤਰਿਕ ਦੇ ਉੱਤੇ ਚੜ ਗਈ ਤੇ ਉਹਨੂੰ ਮਾਰ ਦਿੱਤਾ। ਇਹ ਨਜ਼ਾਰਾ ਵੇਖ ਕੇ ਸਾਰੇ ਪਿੰਡ ਵਾਲੇ ਬਹੁਤ ਡਰ ਗਏ ਅਤੇ ਉੱਥੋਂ ਦੇ ਜੰਗਲ ਦੇ ਵੱਲ ਭੱਜਣ ਲੱਗੇ। ਪਿੰਡ ਵਾਲਿਆਂ ਨੂੰ ਭੱਜਦਾ ਹੋਇਆ ਵੇਖ ਚੁੜੈਲ ਉਹਨਾਂ ਸਾਰਿਆਂ ਦਾ ਪਿੱਛਾ ਕਰਨ ਲੱਗੀ। ਸਾਰੇ ਡਰ ਨਾਲ ਚੀਕਾਂ ਮਾਰਨ ਲੱਗੇ। ਰਾਤ ਦੇ ਹਨੇਰੇ ਵਿੱਚ ਕਿਸੇ ਨੂੰ ਵੀ ਕੁਝ ਨਹੀਂ ਵਿਖਾਈ ਦੇ ਰਿਹਾ ਸੀ, ਜਿਸ ਵਜ੍ਹਾ ਨਾਲ ਸਾਰੇ ਰਾਹ ਭਟਕ ਗਏ। ਉਦੋਂ ਹੀ ਹਰੀਸ਼ ਭੱਜਦਾ ਜੰਗਲ ਦੇ ਦੂਜੇ ਪਾਸੇ ਪਹੁੰਚ ਗਿਆ। ਇਹ ਮੈਂ ਕਿੱਥੇ ਆ ਗਿਆ? ਹਰੀਸ਼ ਨੂੰ ਕੱਲਾ ਭੱਜਦਾ ਹੋਇਆ ਵੇਖ ਚੁੜੈਲ ਵੀ ਉਹਦਾ ਪਿੱਛਾ ਕਰਦੀ ਉੱਥੇ ਪਹੁੰਚ ਗਈ। ਹੁਣ ਲੱਗਾ ਸ਼ਿਕਾਰ ਮੇਰੇ ਹੱਥ, ਤੇਰਾ ਕੰਮ ਖਤਮ ਹੋ ਗਈ ਰਹੂਗਾ। ਇਹ ਕਹਿ ਕੇ ਚੁੜੈਲ ਉਹਦੇ ਵੱਲ ਜਾਣ ਲੱਗੀ ਕਿ ਉਦੋਂ ਹੀ ਉੱਥੇ ਉਹ ਰਿਕਸ਼ੇ ਵਾਲਾ ਆ ਗਿਆ। ਓਏ ਚੁੜੈਲ, ਛੱਡ ਦੇ ਇਹਨੂੰ। ਤੂੰ ਫਿਰ ਆ ਗਿਆ। ਮੈਂ ਤੈਨੂੰ ਕਿਹਾ ਸੀ ਨਾ ਕਿ ਮੇਰੇ ਤੋਂ ਦੂਰ ਨਹੀਂ। ਮੈਂ ਵੀ ਤੈਨੂੰ ਕਿਹਾ ਸੀ ਕਿ ਇਹਨਾਂ ਪਿੰਡ ਵਾਲਿਆਂ ਤੋਂ ਦੂਰ ਰਹੀਂ। ਵੇਖ ਮੈਂ ਤੇਰੇ ਕੰਮ 'ਚ ਨਹੀਂ ਬੋਲ ਰਹੀ, ਤੂੰ ਵੀ ਨਾ ਬੋਲ। ਗੱਲ ਕਰਦੇ ਕਰਦੇ ਉਹ ਰਿਕਸ਼ੇ ਵਾਲਾ ਇੱਕ ਆਦਮਖੋਰ 'ਚ ਬਦਲ ਗਿਆ। ਅਸਲੀਅਤ ਤਾਂ ਇਹ ਸੀ ਕਿ ਉਹ ਆਦਮਖੋਰ ਤੇ ਚੁੜੈਲ ਦੇ ਵਿੱਚ ਦੁਸ਼ਮਣੀ ਸੀ, ਕਿਉਂਕਿ ਉਹ ਆਦਮਖੋਰ ਚੁੜੈਲ ਤੋਂ ਜ਼ਿਆਦਾ ਤਾਕਤਵਰ ਸੀ। ਉਹਨਾਂ ਦੇ ਵਿੱਚ ਇਹ ਸਮਝੌਤਾ ਸੀ ਕਿ ਆਦਮਖੋਰ ਉਹਨੂੰ ਉਦੋਂ ਤੱਕ ਕੁਝ ਨਹੀਂ ਕਹੂਗਾ ਜਦੋਂ ਤੱਕ ਉਹ ਪਿੰਡ ਵਾਲਿਆਂ ਤੋਂ ਦੂਰ ਰਹੂਗੀ। ਪਰ ਇਨਸਾਨੀ ਮਾਸ ਦੇ ਲਾਲਚ ਦੇ ਵਿੱਚ ਚੁੜੈਲ ਪਿੰਡ ਤੱਕ ਪਹੁੰਚ ਗਈ, ਜਿਹੜੀ ਉਹਦੀ ਸਭ ਤੋਂ ਵੱਡੀ ਭੁੱਲ ਸੀ ਕਿ ਉਦੋਂ ਹੀ ਸਾਰੇ ਪਿੰਡ ਵਾਲੇ ਉੱਥੇ ਆ ਗਏ। ਅੱਜ ਤੇਰਾ ਆਖਰੀ ਦਿਨ ਏ, ਹੁਣ ਮੈਂ ਤੇਰਾ ਕੀ ਕਰਦਾ ਹਾਂ? ਆਦਮਖੋਰ ਨੇ ਆਪਣੀ ਤਾਕਤ ਦਾ ਇਸਤੇਮਾਲ ਕਰ ਚੁੜੈਲ ਨੂੰ ਉੱਥੇ ਹੀ ਢੇਰ ਕਰ ਦਿੱਤਾ। ਜਿਹੜੇ ਪਿੰਡ ਵਾਲਿਆਂ ਦੇ ਲਈ ਤੂੰ ਮੈਨੂੰ ਮਾਰਿਆ, ਵੇਖ ਹੁਣ ਮੈਂ ਤੇਰਾ ਕੀ ਹਾਲ ਕਰਦੀ ਹਾਂ।
ਫਿਰ ਉਸ ਰਾਜੂ ਨੂੰ ਵੀ ਸਮਝ ਆ ਗਿਆ ਕਿ ਉਹ ਰਿਕਸ਼ੇ ਵਾਲਾ ਉਹਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਪਣੀ ਭੁੱਲ ਦਾ ਅਹਿਸਾਸ ਹੋਣ ਤੋਂ ਬਾਅਦ ਉਹਨੇ ਸਾਰੇ ਪਿੰਡ ਵਾਲਿਆਂ ਤੋਂ ਅਤੇ ਆਦਮਖੋਰ ਤੋਂ ਮਾਫੀ ਮੰਗੀ। ਮੈਂ ਬਸ ਤੁਹਾਨੂੰ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੱਜ ਤੋਂ ਤੁਸੀਂ ਸਾਰੇ ਸੁਰੱਖਿਅਤ ਹੋ। ਕਦੇ ਵੀ ਤੁਹਾਨੂੰ ਮੇਰੀ ਲੋੜ ਹੋਵੇ ਤਾਂ ਬਿਨਾਂ ਸੋਚੇ ਮੈਨੂੰ ਬੁਲਾ ਲਿਓ। ਇਹ ਕਹਿ ਕੇ ਆਦਮਖੋਰ ਉੱਥੋਂ ਗਾਇਬ ਹੋ ਗਿਆ ਅਤੇ ਸਾਰੇ ਪਿੰਡ ਵਾਲੇ ਖੁਸ਼ੀ-ਖੁਸ਼ੀ ਪਿੰਡ ਵਾਪਸ ਚਲੇ ਗਏ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।